Hello dear students, how are you? I hope you all are fine at your homes. So today the next topic we are going to study is semi-models. In the previous videos we had discussed models. So what is difference between model and semi-model we will discuss in this video. So first of all I would like to let you know what semi-model is. What model is and what semi-model is. ਜਿਹੜਾ model ਹੈ ਉਹ ਜਿਸ ਤਰ੍ਹਾਂ ਕੈਨ, ਕੁਡ, ਸ਼ੈਲ, ਸ਼ੁੱਡ, ਮੇ, ਮਾਈਟ, ਵੁੱਡ ਇਹ ਮਾਡਲ ਨੇ। ਜਿਹੜੇ ਸੈਮੀ ਮਾਡਲਸ ਨੇ ਉਹ ਜਿਵੇਂ ought to, need, dare, had better, must, used to ਇਹ ਸਾਰੇ ਸੈਮੀ ਮਾਡਲਸ ਨੇ। ਇਹਨਾਂ ਦੋਹਾਂ 'ਚ ਮਾਡਲ ਤੇ ਸੈਮੀ ਮਾਡਲ 'ਚ ਜਿਹੜਾ ਬੇਸਿਕ ਫਰਕ ਇਹ ਹੈ ਕਿ ਜਿਹੜਾ ਮਾਡਲ ਹੈ ਇਹ ਤਦ ਤੱਕ ਹੀ ਜਿਹੜਾ ਰੈਲੇਵੈਂਟ ਹੈ ਇਹਦਾ ਮਤਲਬ ਤਾਂ ਬਣੇਗਾ ਜੇਕਰ ਇਹ ਕਿਸੇ ਵਰਬ ਦੇ ਨਾਲ ਆਉਂਦਾ ਹੈ। ਜੇਕਰ ਕਿਸੇ ਵਰਬ ਦੇ ਨਾਲ ਇਸ ਦੀ ਵਰਤੋਂ ਨਹੀਂ ਹੋ ਰਹੀ ਤਾਂ ਇਹ ਜਿਹੜਾ ਹੈ ਮਾਡਲ ਹੈ ਇਹ ਕੋਈ ਵੀ ਮੀਨਿੰਗ ਨਹੀਂ ਰੱਖਦਾ। ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਆਈ ਕੈਨ, ਹੀ ਵਿਲ, ਸ਼ੀ ਸ਼ੁੱਡ, ਹੀ ਮਸਟ, ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਜਾਂ ਤਾਂ ਇਸ ਤੋਂ ਪਹਿਲਾਂ ਕੋਈ ਗੱਲ ਕੀਤੀ ਹੋਵੇ ਤੇ ਜਾਂ ਫਿਰ ਵਰਬ ਦੇ ਨਾਲ ਇਹ ਲੱਗ ਕੇ ਹੀ ਆਪਣਾ ਜਿਹੜਾ ਮਤਲਬ ਹੈ ਉਹ ਸਪਸ਼ਟ ਕਰਦੇ ਨੇ। ਪਰ ਇਸ ਦੇ ਉਲਟ ਜਿਹੜੇ ਸੈਮੀ ਮਾਡਲਸ ਨੇ ਜਿਹਦੇ ਆਪਾਂ ਅੱਜ ਪੜ੍ਹਾਂਗੇ ਇਹ ਜਿਸ ਤਰ੍ਹਾਂ ought to, need, dare, had better, must, ought to ਇਹਨਾਂ ਦਾ ਆਪਣਾ ਵੀ ਇੱਕ ਮਤਲਬ ਹੈ। ਇਹ ਮਾਡਲ ਦੇ ਤੌਰ ਤੇ ਵੀ ਯੂਜ਼ ਹੁੰਦੇ ਨੇ ਤੇ ਐਜ਼ ਅ ਮੇਨ ਵਰਬ ਵੀ ਯੂਜ਼ ਹੁੰਦੇ ਨੇ। ਸੋ ਇਹ ਦੋਵੇਂ ਤਰ੍ਹਾਂ ਯੂਜ਼ ਹੋ ਜਾਂਦੇ ਨੇ। ਜਿਸ ਤਰ੍ਹਾਂ ਆਪਾਂ ought to ਜਿਹੜਾ ਹੈ ਉਹਦੀ ਵਰਤੋਂ ਵੀ ਆਪਾਂ ਪਿਛਲੀ ਇੱਕ ਵੀਡੀਓ 'ਚ ਆਪਾਂ ਜਦ ਸਿੱਖੀ ਹੈ ਕਿ ਕਿਸ ਤਰ੍ਹਾਂ ਦੀ ਵਰਤੋਂ ਕਰਨੀ ਹੈ। ਮਸਟ ਦੀ ਵੀ ਆਪਾਂ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ, ਯੂਜ਼ ਟੂ ਦੀ ਬਣਾ ਚੁੱਕੇ ਹਾਂ। ਸੋ ਜਿਹੜੀ ਅੱਜ ਆਪਾਂ ਜਿਹੜੀ ਚੀਜ਼ ਪੜ੍ਹਨੀ ਹੈ ਉਹ ਆਪਾਂ ਨੀਡ, ਡੇਅਰ ਤੇ ਹੈਡ ਬੈਟਰ ਪੜ੍ਹਦੇ ਹਾਂ। ਵੈਸੇ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਹੈਡ ਬੈਟਰ ਦੀ ਕੋਈ ਖਾਸ ਜ਼ਿਆਦਾ ਵਰਤੋਂ ਨਹੀਂ ਹੁੰਦੀ। ਇਹ ਆਮ ਬੋਲਚਾਲ 'ਚ ਇਹਦੀ ਕਾਫੀ ਜਿਹੜੀ ਹੈ ਉਹ ਵਰਤੋਂ ਹੁੰਦੀ ਹੈ। ਨੀਡ ਐਂਡ ਡੇਅਰ ਦੇ ਬਾਰੇ ਆਪਾਂ ਅਕਸਰ ਮਾਡਲਸ ਵਿੱਚ ਪੜ੍ਹਦੇ ਰਹੇ ਹਾਂ। ਇਹ ਸ਼ਾਇਦ ਕੁਝ ਸਟੂਡੈਂਟਸ ਵਾਸਤੇ ਨਵੀਂ ਗੱਲ ਹੋਏਗੀ। ਸੋ ਅੱਜ ਆਪਾਂ ਇਹ ਤਿੰਨ ਖਾਸ ਚੀਜ਼ਾਂ ਪੜ੍ਹਾਂਗੇ, ਨੀਡ ਐਂਡ ਡੇਅਰ। ਸੋ ਫਸਟ ਆਫ ਆਲ ਵੀ ਵਿਲ ਡਿਸਕਸ ਨੀਡ। ਨੀਡ ਦਾ ਮਤਲਬ ਹੈ ਲੋੜ। ਪਰ ਜਦੋਂ ਆਪਾਂ ਇਸ ਦੀ ਮਾਡਲਸ ਦੇ ਵਿੱਚ ਇਹਦੀ ਵਰਤੋਂ ਕਰਾਂਗੇ ਤਾਂ ਇੱਥੇ ਜਿਹੜਾ ਹੈ ਉਹ ਇਹਦੀ ਦੋ ਤਰ੍ਹਾਂ ਵਰਤੋਂ ਹੁੰਦੀ ਹੈ, ਇੱਕ ਨੈਗੇਟਿਵ ਤੌਰ ਤੇ ਦੂਸਰੀ ਇੰਟਰੋਗੇਟਿਵ ਤੌਰ ਤੇ। ਜਿਸ ਤਰ੍ਹਾਂ ਆਪਾਂ ਇੱਕ ਸੈਂਟੈਂਸ ਲਿਖਿਆ ਹੈ ਨੀਡ ਮਤਲਬ ਲੋੜ, ਲਿਖਿਆ ਹੈ ਕਿ ਇੱਕ ਇੰਟਰੋਗੇਟਿਵ ਸੈਂਟੈਂਸ ਬਣਾਇਆ ਹੈ ਜਿਸ ਕਿਹਾ ਹੈ ਕਿ ਨੀਡ ਆਈ ਡੂ ਦਿਸ ਵਰਕ, ਕੀ ਮੈਨੂੰ ਇਹ ਕੰਮ ਕਰਨ ਦੀ ਲੋੜ ਹੈ। ਆਨਸਰ ਇਜ਼ ਨੋ, ਯੂ ਨੀਡ ਨਾਟ, ਨਹੀਂ ਤੁਹਾਨੂੰ ਲੋੜ ਨਹੀਂ। ਸੋ ਨੀਡ ਦੀ ਵਰਤੋਂ ਆਪਾਂ ਉੱਥੇ ਕਰਨੀ ਹੈ ਇੰਟਰੋਗੇਟਿਵ ਜਿੱਥੇ ਸਾਨੂੰ ਇਹ ਅੱਗੋਂ ਆਸ ਹੋਵੇ ਕਿ ਜਿਹੜਾ ਆਨਸਰ ਹੈ ਉਹ ਵੀ ਨੈਗੇਟਿਵ ਵਿੱਚ ਹੀ ਆਉਣਾ ਹੈ। ਕੋਈ ਸਵਾਲ ਪੁੱਛੀਏ ਆਪਾਂ ਕਿਸੇ ਨੂੰ, ਕੋਈ ਗੱਲ ਕਰੀਏ ਜ਼ਰੂਰਤ ਦੀ, ਤਾਂ ਆਪਾਂ ਕਹੀਏ ਕਿ ਕੀ ਮੈਨੂੰ ਤੇਰੇ ਨਾਲ ਜਾਣ ਦੀ ਲੋੜ ਹੈ, ਨੀਡ ਆਈ ਗੋ ਵਿਦ ਯੂ। ਸੋ ਅਗਲਾ ਕਹੇ ਨਹੀਂ ਤੁਹਾਨੂੰ ਜਾਣ ਦੀ ਕੋਈ ਲੋੜ ਨਹੀਂ। ਕੀ ਮੈਨੂੰ ਤੁਹਾਡੀ ਮਦਦ ਕਰਨ ਦੀ ਲੋੜ ਹੈ, ਨਹੀਂ ਤੁਹਾਨੂੰ ਲੋੜ ਨਹੀਂ। ਕੀ ਤੁਹਾਨੂੰ ਚਾਹ ਪੀਣ ਦੀ ਲੋੜ ਹੈ, ਨਹੀਂ ਮੈਨੂੰ ਲੋੜ ਨਹੀਂ। ਸੋ ਉੱਥੇ ਆਪਾਂ ਜਿਹੜਾ ਨੀਡ ਲਾਉਂਦੇ ਜਿੱਥੇ ਅਗਲਾ ਆਨਸਰ ਦੇਣ ਵਾਲਾ ਬੰਦਾ ਨੈਗੇਟਿਵ ਦੇ ਵਿੱਚ ਆਨਸਰ ਦੇ ਵਿੱਚ, ਜਿੱਥੇ ਸਾਨੂੰ ਪਤਾ ਹੋਵੇ ਕਿ ਜਿਹੜਾ ਇਹ ਅੱਗੋਂ ਉੱਤਰ ਆਉਣਾ ਹੈ, ਜਿਹੜਾ ਆਨਸਰ ਆਉਣਾ ਹੈ, ਰਿਪਲਾਈ ਆਉਣਾ ਹੈ ਉਹ ਨੈਗੇਟਿਵ 'ਚ ਆਉਣਾ ਹੈ, ਉੱਥੇ ਆਪਾਂ ਜਿਹੜਾ ਹੈ ਉਹ ਨੀਡ ਲਾਉਂਦੇ ਹਾਂ। ਜਾਂ ਦੂਸਰੇ ਸ਼ਬਦਾਂ 'ਚ ਆਪਾਂ ਇਹ ਕਹਿ ਦਈਏ ਕਿ ਨੀਡ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਨੈਗੇਟਿਵ ਆਨਸਰ ਆਉਣ ਦੀ ਆਸ ਹੋਵੇ। ਸੋ ਦੂਸਰਾ ਇਹਦੀ ਵਰਤੋਂ ਨੈਗੇਟਿਵ ਤੌਰ 'ਤੇ ਕੀਤੀ ਜਾਂਦੀ ਹੈ। ਆਪਾਂ ਕਹਿੰਦੇ ਹਾਂ ਹੀ ਨੀਡ ਨਾਟ ਡੂ ਦਿਸ ਵਰਕ, ਉਸ ਨੂੰ ਇਹ ਕੰਮ ਕਰਨ ਦੀ ਲੋੜ ਨਹੀਂ। ਹੁਣ ਇੱਥੇ ਇੱਕ ਹੋਰ ਚੀਜ਼ ਆ ਗਈ ਜਿਹੜੀ ਆਪਾਂ ਅਕਸਰ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਪੜ੍ਹਦੇ ਹਾਂ ਕਿ ਹੀ, ਸ਼ੀ ਤੇ ਇਟ ਦੇ ਨਾਲ ਜਿਹੜਾ ਹੈ ਉਹ ਐਸ ਜਾਂ ਈ ਐਸ ਦੀ ਵਰਤੋਂ ਹੁੰਦੀ ਹੈ। ਪਰ ਇੱਥੇ ਕੀ ਹੈ ਕਿ ਹੀ ਨੀਡ ਆਇਆ, ਹੀ ਨੀਡਸ ਨਹੀਂ ਆਇਆ, ਹੀ ਡੋਂਟ ਨੀਡ ਨਹੀਂ ਆਇਆ, ਹੀ ਡਿਡਨਟ ਨੀਡ ਨਹੀਂ ਆਇਆ, ਇਸ ਦਾ ਨੀਡ ਆ ਗਿਆ। ਯਾਦ ਰੱਖਣ ਵਾਲੀ ਗੱਲ ਇੱਥੇ ਇਹ ਹੈ ਕਿ ਹੀ ਨੀਡ ਹੀ ਆਏਗਾ। ਇੱਥੇ ਥਰਡ ਫਾਰਮ, ਥਰਡ ਜਿਹੜਾ ਹੈ ਆਪਣਾ ਸਬਜੈਕਟ ਹੈ ਉਹਦੇ ਨਾਲ ਜਿਹੜਾ ਥਰਡ ਪਰਸਨ ਹੈ ਉਹਦੇ ਨਾਲ ਐਸ ਜਾਂ ਈ ਐਸ ਨਹੀਂ ਆਉਂਦਾ, ਨੀਡ ਦਾ ਨੀਡ ਰਹਿ ਜਾਏਗਾ। ਸੋ ਇਹਦੀ ਵਰਤੋਂ ਇੰਟਰੋਗੇਟਿਵ ਦੇ ਵਿੱਚ ਹੋਏਗੀ ਤੇ ਨੈਗੇਟਿਵ ਰੂਪ 'ਚ ਹੋਏਗੀ। ਪੋਜ਼ਿਟਿਵ ਦੇ ਰੂਪ ਦੇ ਵਿੱਚ ਇਹਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਸੋ ਜਿਸ ਤਰ੍ਹਾਂ ਆਪਾਂ ਨੀਡ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਆਪਾਂ ਵੀ ਵਿਲ ਟਾਕ ਅਬਾਊਟ ਡੇਅਰ ਕਿ ਡੇਅਰ ਦਾ ਮਤਲਬ ਜਿਹੜਾ ਹੈ ਉਹ ਹੈ ਹਿੰਮਤ ਕਰਨੀ ਜਾਂ ਹਿੰਮਤ ਹੋਣੀ। ਜਿਸ ਤਰ੍ਹਾਂ ਆਪਾਂ ਕਹਿੰਦਾ ਗੱਲ ਕਰਦੇ ਆਪਾਂ ਗੱਲ ਕਰਦੇ ਹਾਂ ਕਿ ਉਸ ਦੀ ਇਹ ਕੰਮ ਕਰਨ ਦੀ ਹਿੰਮਤ ਨਹੀਂ ਪਵੇਗੀ,
ਉਹ ਇਹ ਕੰਮ ਕਰਨ ਦੀ ਹਿੰਮਤ ਨਹੀਂ ਕਰੇਗਾ, ਉਹ ਇੱਥੇ ਬੈਠਣ ਦੀ ਹਿੰਮਤ ਨਹੀਂ ਕਰੇਗਾ, ਉਹ ਮੇਰੇ ਸਾਹਮਣੇ ਬੋਲਣ ਦੀ ਹਿੰਮਤ ਨਹੀਂ ਕਰੇਗਾ, ਉਹ ਤੁਹਾਡੇ ਨਾਲ ਲੜਨ ਦੀ ਹਿੰਮਤ ਨਹੀਂ ਕਰੇਗਾ। ਇਸ ਥਾਂ 'ਤੇ ਜਾਂ ਇਹੋ ਜਿਹੀਆਂ ਥਾਵਾਂ ਜਿੱਥੇ ਇਹਦੀ ਵਰਤੋਂ ਆਪਾਂ ਕਰਦੇ ਹਾਂ ਡੇਅਰ ਦੀ, ਉੱਥੇ ਇਹ ਜਾਂ ਤਾਂ ਨੈਗੇਟਿਵ ਸੈਂਟੈਂਸ ਹੋਵੇ ਜਾਂ ਇੰਟੈਰੋਗੇਟਿਵ ਹੋਵੇ, ਜਾਂ ਜਿੱਥੇ ਸਾਨੂੰ ਕੋਈ ਸ਼ੱਕ ਹੋਵੇ ਉੱਥੇ ਵੀ ਆਪਾਂ ਜਿਹੜਾ ਹੈ ਉਹ ਡੇਅਰ ਦੀ ਵਰਤੋਂ ਕਰਦੇ ਹਾਂ। ਪਹਿਲਾਂ ਆਪਾਂ ਵਾਰ-ਵਾਰ ਇਹਨਾਂ ਨੂੰ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨੈਗੇਟਿਵ ਸੈਂਟੈਂਸਿਸ ਦੀ। ਸ਼ੀ ਡੇਅਰ ਨਾਟ ਫਾਈਟ ਵਿਦ ਮੀ, ਕਿ ਉਹ ਮੇਰੇ ਨਾਲ ਲੜਨ ਦੀ ਹਿੰਮਤ ਨਹੀਂ ਕਰਦੀ। ਹੁਣ ਇੱਥੇ ਜਿਸ ਤਰ੍ਹਾਂ ਆਪਾਂ ਨੀਡ ਦੇ ਵਿੱਚ ਪੜ੍ਹਿਆ ਸੀਗਾ ਕਿ ਨੀਡ ਦੇ ਵਿੱਚ ਵੀ ਜੇਕਰ ਗੱਲ ਪ੍ਰੈਜ਼ੈਂਟ ਇੰਡੈਫੀਨਿਟ ਦੀ ਹੋ ਰਹੀ ਆ, ਉੱਥੇ ਵੀ ਐਸ ਜਾਂ ਈਐਸ ਨਹੀਂ ਆਉਂਦਾ। ਇਸੇ ਤਰ੍ਹਾਂ ਇੱਥੇ ਸ਼ੀ ਇੱਕ ਥਰਡ ਪਰਸਨ ਹੈ, ਸਿੰਗੂਲਰ ਹੈ। ਇੱਥੇ ਵੀ ਸ਼ੀ ਡੇਅਰਸ ਨਹੀਂ ਆਇਆ, ਇੱਥੇ ਸ਼ੀ ਡੇਅਰ ਹੀ ਆਇਆ। ਇਹ ਡੇਅਰ ਹੀ ਰਹੇਗਾ, ਇੱਥੇ ਡੇਅਰਸ ਨਹੀਂ ਆਏਗਾ। ਕਿ ਸ਼ੀ ਡੇਅਰ ਨਾਟ ਫਾਈਟ ਵਿਦ ਮੀ, ਕਿ ਉਹ ਮੇਰੇ ਨਾਲ ਲੜਨ ਦੀ ਹਿੰਮਤ ਨਹੀਂ ਕਰੇਗੀ। ਹੀ ਡੇਅਰ ਨਾਟ ਟੈਲ ਅ ਲਾਈ, ਉਹ ਝੂਠ ਬੋਲਣ ਦੀ ਹਿੰਮਤ ਨਹੀਂ ਕਰਦਾ। ਆਈ ਡੇਅਰ ਨਾਟ ਮੂਵ ਅ ਬਿਟ, ਕਿ ਮੈਂ ਥੋੜਾ ਜਿਹਾ ਵੀ ਹਿੱਲਣ ਦੀ ਹਿੰਮਤ ਨਹੀਂ ਕਰਦਾ। ਇਹ ਨੈਗੇਟਿਵ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇੰਟੈਰੋਗੇਟਿਵ ਦੀ। ਇਨ ਇੰਟੈਰੋਗੇਟਿਵ ਸੈਂਟੈਂਸਸ ਡੇਅਰ ਹੀ ਸਪੀਕ ਦ ਟਰੁਥ, ਕਿ ਉਹ ਸੱਚ ਬੋਲਣ ਦੀ ਹਿੰਮਤ ਕਰਦਾ, ਕਿ ਉਹਦੇ ਵਿੱਚ ਸੱਚ ਬੋਲਣ ਦੀ ਹਿੰਮਤ ਹੈ। ਡੇਅਰ ਵੀ ਕ੍ਰਾਸ ਦਾ ਰਿਵਰ, ਕਿ ਸਾਡੇ ਵਿੱਚ ਨਦੀ ਨੂੰ ਕ੍ਰਾਸ ਕਰਨ ਦੀ ਹਿੰਮਤ ਹੈ। ਸੋ ਇੱਥੇ ਵੀ ਆਪਾਂ ਡੇਅਰ ਦੀ ਵਰਤੋਂ ਕੀਤੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੇਅਰ ਡਾਊਟ ਇਜ਼ ਦੇਅਰ, ਜਿੱਥੇ ਸ਼ੱਕ ਦੀ ਗੁੰਜਾਇਸ਼ ਹੋਵੇ ਉੱਥੇ ਵੀ ਆਪਾਂ ਡੇਅਰ ਦੀ ਵਰਤੋਂ ਕਰਦੇ ਹਾਂ। ਆਈ ਵੰਡਰ ਇਫ ਹੀ ਡੇਅਰ ਟਰਾਈ, ਕਿ ਮੈਂ ਹੈਰਾਨ ਹਾਂ, ਮੈਨੂੰ ਸ਼ੱਕ ਹੈ ਕਿ ਕੀ ਉਹ ਕੋਸ਼ਿਸ਼ ਕਰਨ ਦੀ ਹਿੰਮਤ ਕਰੇਗਾ। ਸੋ ਇੱਥੇ ਵੀ ਆਪਾਂ ਜਿਹੜੀ ਹੈ ਉਹ ਡੇਅਰ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਜਿਵੇਂ ਆਪਾਂ ਹਾਰਡਲੀ, ਨੋ ਸੂਨਰ, ਇਹੋ ਜਿਹੇ ਥਾਵਾਂ 'ਤੇ, ਆਈ ਵੰਡਰ, ਇਹੋ ਜਿਹੇ ਥਾਵਾਂ 'ਤੇ ਵੀ ਆਪਾਂ ਡੇਅਰ ਦੀ ਵਰਤੋਂ ਕਰਦੇ ਹਾਂ। ਜਿੱਥੇ ਕੋਈ ਸ਼ੱਕ ਹੋਵੇ ਜਾਂ ਮਸਾਂ ਹੀ ਬੜੇ ਔਖੇ ਹੋ ਕੇ ਆਪਾਂ ਜਦੋਂ ਇਹ ਗੱਲਾਂ ਕਰਦੇ ਹਾਂ, ਉੱਥੇ ਵੀ ਆਪਾਂ ਜਿਹੜੀ ਹੈ ਉਹ ਡੇਅਰ ਦੀ ਵਰਤੋਂ ਕਰਦੇ ਹਾਂ ਆਪਣੀ ਗੱਲ ਨੂੰ ਇਹ ਦੱਸਣ ਵਾਸਤੇ, ਇਸ ਤਰ੍ਹਾਂ ਸਮਝਾਉਣ ਵਾਸਤੇ ਕਿ ਕੀ ਉਹ ਇਹ ਕੰਮ ਕਰਨ ਦੀ ਹਿੰਮਤ ਕਰਦਾ ਹੈ ਜਾਂ ਕੀ ਇਹ ਕੰਮ ਕਰਨ ਦੀ ਮੈਂ ਹਿੰਮਤ ਕਰਦਾ ਹਾਂ। ਸੋ ਡੇਅਰ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ। ਹੁਣ ਸੈਮੀ ਮਾਡਲਸ ਦੇ ਵਿੱਚ ਆਪਾਂ ਇੱਕ ਹੋਰ ਚੀਜ਼ ਪੜ੍ਹ ਸਕਦੇ ਹਾਂ, ਉਹ ਹੈ ਹੈਡ ਬੈਟਰ। ਹੈਡ ਬੈਟਰ ਦਾ ਮਤਲਬ ਹੈ ਕਿ ਚੰਗੀ ਗੱਲ ਹੈ। ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਕਿ ਚੰਗੀ ਗੱਲ ਹੈ ਤੁਸੀਂ ਸਵੇਰੇ ਜਲਦੀ ਉੱਠ ਪਏ, ਚੰਗੀ ਗੱਲ ਹੈ ਤੁਸੀਂ ਆਪਣਾ ਹੋਮਵਰਕ ਖਤਮ ਕਰ ਲਓ, ਚੰਗੀ ਗੱਲ ਹੈ ਤੁਸੀਂ ਖਾਣਾ ਖਾ ਲਓ, ਚੰਗੀ ਗੱਲ ਹੈ ਤੁਸੀਂ ਜਿੱਥੋਂ ਚਲੇ ਜਾਓ। ਉਹ ਜਿਹੇ ਜਿਹੜੇ ਥਾਂ ਜਿੱਥੇ ਆਪਾਂ ਇਹ ਸੈਂਟੈਂਸਿਸ ਵਰਤਦੇ ਹਾਂ, ਜੇਕਰ ਆਪਾਂ ਉਹਨਾਂ ਨੂੰ ਇੰਗਲਿਸ਼ ਵਿੱਚ ਬਦਲਣਾ ਹੋਵੇ ਤਾਂ ਉੱਥੇ ਜਿਹੜਾ ਇਹ ਸੈਮੀ ਮਾਡਲ ਹੈ ਹੈਡ ਬੈਟਰ, ਆਪਾਂ ਉਹਦੀ ਵਰਤੋਂ ਕਰਦੇ ਹਾਂ। ਜਿਵੇਂ ਯੂ ਹੈਡ ਬੈਟਰ ਗੋ ਨਾਓ ਬਿਫੋਰ ਦ ਸ਼ਾਪ ਕਲੋਜ਼ਡ, ਕਿ ਚੰਗੀ ਗੱਲ ਹੈ ਦੁਕਾਨ ਬੰਦ ਹੋਣ ਤੋਂ ਪਹਿਲਾਂ ਤੂੰ ਚਲਾ ਜਾਵੇਂ। ਜਿਹੜਾ ਹੈਡ ਬੈਟਰ ਹੈ ਇਹ ਚੰਗੀ ਗੱਲ ਦੀ ਗੱਲ ਕਰਦਾ ਹੈ। ਸ਼ੀ ਹੈਡ ਬੈਟਰ ਗੈਟ ਅਪ ਅਰਲੀ ਟੁਮਾਰੋ, ਚੰਗੀ ਗੱਲ ਹੈ ਜੇਕਰ ਉਹ ਕੱਲ ਨੂੰ ਜਲਦੀ ਉੱਠ ਪਵੇ। ਵੀ ਹੈਡ ਬੈਟਰ ਗੋ ਬਾਈ ਟੈਕਸੀ, ਚੰਗੀ ਗੱਲ ਹੈ ਜੇਕਰ ਅਸੀਂ ਟੈਕਸੀ ਤੇ ਚਲੇ ਜਾਈਏ। ਯੂ ਹੈਡ ਬੈਟਰ ਕੰਪਲੀਟ ਯੂਅਰ ਹੋਮਵਰਕ, ਕਿ ਚੰਗੀ ਗੱਲ ਹੈ ਤੁਸੀਂ ਆਪਣਾ ਹੋਮਵਰਕ ਕੰਪਲੀਟ ਕਰ ਲਓ। ਐਟ ਦਿਸ ਏਜ ਯੂ ਹੈਡ ਬੈਟਰ ਹੈਵ ਅ ਰੈਗੂਲਰ ਚੈੱਕਅਪਸ, ਚੰਗੀ ਗੱਲ ਹੈ ਤੁਸੀਂ ਇਸ ਉਮਰ ਦੇ ਵਿੱਚ ਆਪਣੇ ਰੈਗੂਲਰ ਚੈੱਕਅਪਸ ਕਰਾਓ। ਹੁਣ ਥੋੜੀ ਜਿਹੀ ਕਨਫਿਊਜ਼ਨ ਵਾਲੀ ਗੱਲ ਇਹ ਹੈ ਕਿ ਜਿੱਥੇ ਹੈਡ ਹੈ ਉੱਥੇ ਆਪਾਂ ਇਹ ਸਮਝਦੇ ਹਾਂ ਕਿ ਇਹ ਪਾਸਟ ਪਰਫੈਕਟ ਦੀ ਗੱਲ ਕਰ ਰਿਹਾ ਹੈ, ਪਰ ਇੱਥੇ ਪਾਸਟ ਪਰਫੈਕਟ ਦੀ ਗੱਲ ਨਹੀਂ ਹੋ ਰਹੀ। ਇੱਥੇ ਇੱਕ ਸੈਮੀ ਮਾਡਲ ਦੇ ਤੌਰ ਤੇ ਹੈਡ ਬੈਟਰ ਦੀ ਗੱਲ ਹੋ ਰਹੀ ਹੈ। ਸੋ ਇੱਥੇ ਪਾਸਟ ਦੀ ਗੱਲ ਨਹੀਂ, ਇਹ ਨਹੀਂ ਕਿ ਸ਼ੀ ਹੈਡ ਬੈਟਰ ਗੈਟ ਅਪ ਅਰਲੀ ਟੁਮਾਰੋ। ਇਹ ਜੇਕਰ ਪਾਸਟ ਦੇ ਸੰਦਰਭ 'ਚ ਆਪਾਂ ਲੈ ਕੇ ਚੱਲਾਂਗੇ ਇਹਨੂੰ ਉਹਦੇ ਕਨਸੈਪਟ ਦੇ ਅਕੋਰਡਿੰਗਲੀ, ਤਾਂ ਫਿਰ ਇਸ ਦਾ ਕੋਈ ਮਤਲਬ ਨਹੀਂ ਨਿਕਲੇਗਾ। ਇਸ ਵਾਸਤੇ ਹੈਡ ਬੈਟਰ ਮਤਲਬ ਚੰਗੀ ਗੱਲ ਹੈ। ਸੋ ਜਿਹੜਾ ਆਪਾਂ ਅੱਜ ਡੇਅਰ, ਨੀਡ ਨਾਟ ਤੇ ਹੈਡ ਬੈਟਰ ਦਾ ਡਿਸਕਸ਼ਨ ਕੀਤੀ ਹੈ, ਮੈਨੂੰ ਆਸ ਹੈ ਕਿ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਸੁਣ ਲਿਆ ਹੋਏਗਾ, ਦੇਖ ਲਿਆ ਹੋਏਗਾ। ਬਾਕੀ ਇਸ ਦੀ ਪ੍ਰੈਕਟਿਸ ਕਰੋ, ਕਿਉਂਕਿ ਪ੍ਰੈਕਟਿਸ ਦੇ ਨਾਲ ਹੀ ਆਉਣਾ ਹੈ। ਸਿਰਫ 4-5 ਸੈਂਟੈਂਸ ਲਿਖਣ ਦੇ ਨਾਲ ਸਿਰਫ ਤੇ ਸਿਰਫ ਤੁਹਾਨੂੰ ਇੱਕ ਗਾਈਡਲਾਈਨਸ ਮਿਲਦੀਆਂ ਨੇ, ਬਟ ਯੂ ਵਿਲ ਹੈਵ ਟੂ ਪ੍ਰੈਕਟਿਸ ਇਟ, ਯੂ ਵਿਲ ਹੈਵ ਟੂ ਵਰਕ ਹਾਰਡ so that you may understand what the models are. So thank you very much.